ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਤਿਆਰੀ ਤੁਹਾਡੀ ਹੈ ਜਿਹੜੀ ਪੇਪਰਾਂ ਵਾਸਤੇ ਬਹੁਤ ਵਧੀਆ ਚੱਲ ਰਹੀ ਹੋਊਗੀ, ਹੈ ਨਾ। ਤੇ ਆਪਾਂ ਲਗਾਤਾਰ ਪੁਰਾਣੇ ਕੁਐਸਚਨ ਡਿਸਕਸ ਕਰ ਰਹੇ ਹਾਂ ਕੰਪਿਊਟਰ ਦੇ। ਸੋ ਉਸੇ ਲੜੀ ਦੇ ਵਿੱਚੋਂ ਹੀ ਹੁਣ ਆਪਾਂ ਐਕਸਾਈਜ਼ ਇੰਸਪੈਕਟਰ ਦੇ ਕੁਐਸਚਨ ਡਿਸਕਸ ਕੀਤੇ ਸੀ ਪਿਛਲੀ ਵੀਡੀਓ ਦੇ ਵਿੱਚ। ਸੋ ਇਹ ਦੂਸਰੀ ਵੀਡੀਓ ਹੈ। ਪਹਿਲਾਂ ਆਪਾਂ ਦੇਖੇ ਸੀਗੇ 2021 ਦੇ ਕੁਐਸਚਨ। ਸੋ ਇਸ ਵੀਡੀਓ ਦੇ ਵਿੱਚ ਆਪਾਂ ਕੰਪਿਊਟਰ ਦੇ 2018 ਵਾਲੇ ਪੇਪਰ ਦੇ ਕੁਐਸਚਨ ਦੇਖਾਂਗੇ। ਪੁਰਾਣੇ ਕੁਐਸਚਨ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਬਹੁਤ ਜ਼ਰੂਰੀ ਹੁੰਦੇ ਨੇ। ਇਹਨਾਂ ਦੇ ਨਾਲ ਹੀ ਸਾਨੂੰ ਆਈਡੀਆ ਹੁੰਦਾ ਹੈ ਵੀ ਕੀ ਪੁੱਛਿਆ ਜਾ ਸਕਦਾ। ਥੋੜਾ ਬਹੁਤ ਹੋ ਸਕਦਾ ਵੀ ਇਹਨਾਂ ਦੇ ਨਾਲ ਮਿਲਦਾ ਜੁਲਦਾ ਹੀ ਆਪਾਂ ਨੂੰ ਕੰਟੈਂਟ ਪੇਪਰ ਦੇ ਵਿੱਚ ਦੇਖਣ ਨੂੰ ਵੀ ਮਿਲਦਾ ਹੈ। ਤਾਂ ਤੁਸੀਂ ਕਿਸੇ ਵੀ ਸਬਜੈਕਟ ਤੇ ਛੱਡ ਕੇ ਨਹੀਂ ਜਾਣੇ, ਸਾਰੇ ਕੁਐਸਚਨਾਂ ਨੂੰ ਤੁਸੀਂ ਸੋਲਵ ਕਰਕੇ ਜਾਣਾ, ਠੀਕ ਹੈ। ਸੋ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕੀਤਾ ਹੈ ਤਾਂ ਤੁਸੀਂ ਕੰਪਿਊਟਰ ਦੀ ਪ੍ਰੈਪਰੇਸ਼ਨ ਤੁਹਾਨੂੰ ਲੱਗਦਾ ਹੈ ਵੀ ਸਾਨੂੰ ਹੋਰ ਜ਼ਿਆਦਾ ਤਿਆਰੀ ਕਰਨ ਦੀ ਲੋੜ ਹੈ, ਤਾਂ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਪਹਿਲੀ ਹੀ ਪਲੇਲਿਸਟ ਹੈ ਡੈਸ਼ਬੋਰਡ ਦੇ ਉੱਪਰ ਜਾ ਕੇ ਫॉर ਐਕਸਾਈਜ਼ ਇੰਸਪੈਕਟਰ ਪ੍ਰੈਪਰੇਸ਼ਨ, ਹਨਾ। ਇਹਦੇ ਵਿੱਚ ਮਲਟੀਪਲ ਪਲੇਲਿਸਟ ਨੇ, ਮੈਰਾਥਨ ਦਿੱਤੀਆਂ ਹੋਈਆਂ ਨੇ, ਪੁਰਾਣੇ ਪੇਪਰ ਜਿੰਨੇ ਕਿ ਆਪਾਂ ਡਿਸਕਸ ਕਰਾਏ ਨੇ ਉਹ ਕੀਤੇ ਹੋਏ ਨੇ, ਆਫਿਸ ਪ੍ਰੋਡਕਟਿਵਿਟੀ ਟੂਲ ਇਹ ਵਾਲੀਆਂ ਵੀਡੀਓਜ਼ ਨੇ, ਤੇ ਕੰਪਿਊਟਰ ਗ੍ਰੈਂਡ ਸੀਰੀਜ਼ ਜਿਹੜੀ ਆਪਣੀ ਲਗਾਤਾਰ ਚੱਲ ਰਹੀ ਹੈ। ਜੇ ਤੁਸੀਂ ਇਹ ਚਾਰੇ ਪਲੇਲਿਸਟ ਕਰ ਲਓਗੇ ਤਾਂ ਤੁਹਾਡਾ ਹੋ ਹੀ ਨਹੀਂ ਸਕਦਾ ਵੀ ਕੋਈ ਵੀ ਸਵਾਲ ਬਾਹਰ ਚਲਾ ਜਾਵੇ, ਹੈ ਨਾ। ਤੁਹਾਡੇ ਸਾਰੇ ਠੀਕ ਹੋਣਗੇ, 9 ਜਾਂ 10 ਨੰਬਰ ਜਿੰਨੇ ਵੀ ਨੰਬਰ ਦਾ ਪੇਪਰ ਆਊਗਾ। ਪਰ ਜੇਕਰ ਤੁਹਾਡੇ ਕੋਲੇ ਸਮਾਂ ਥੋੜਾ ਹੈ, ਪਹਿਲੇ ਨੰਬਰ ਤੇ ਚਾਰੋਂ ਦੀਆਂ ਚਾਰੇ ਤੁਸੀਂ ਜਿਹੜੀਆਂ ਨੇ ਮੈਰਾਥਨ ਜ਼ਰੂਰ ਦੇਖਣੀਆਂ ਨੇ। ਦੂਜੇ ਨੰਬਰ ਤੇ ਇਹ ਵਾਲੇ ਪੇਪਰ ਦੇਖ ਲਿਓ ਪੁਰਾਣੇ, ਤੀਜੇ ਨੰਬਰ ਤੇ ਆਫਿਸ ਪ੍ਰੋਡਕਟਿਵਿਟੀ ਟੂਲ। ਜੇ ਸਮਾਂ ਹੋਇਆ ਤਾਂ ਇਹ ਵੀ ਦੇਖ ਲਿਓ। ਜਿਹੜੇ ਪੁਰਾਣੇ ਬੱਚੇ ਜੁੜੇ ਹੋਏ ਨੇ ਉਹਨਾਂ ਨੇ ਤਾਂ ਸਾਰੀਆਂ ਦੇਖੀਆਂ, ਉਹਨਾਂ ਨੂੰ ਤਾਂ ਲੋੜ ਹੀ ਨਹੀਂ ਚਲੋ ਕਹਿਣ ਦੀ, ਹੈ ਨਾ। ਜੇਕਰ ਤੁਸੀਂ ਨਵੇਂ ਜੁੜੇ ਹੋ ਤਾਂ ਤੁਸੀਂ ਇੱਥੋਂ ਦੇਖ ਸਕਦੇ ਹੋ। ਤੇ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਓ ਤਾਂ ਕਰਕੇ ਆਉਣ ਵਾਲੀਆਂ ਵੀਡੀਓ ਦਾ ਤੁਹਾਨੂੰ ਲਿੰਕ ਵਗੈਰਾ ਮਿਲਦਾ ਰਹੇ, ਹੈ ਨਾ, ਨੋਟੀਫਿਕੇਸ਼ਨ ਆਉਂਦਾ ਰਹੇ। ਸੋ ਸਟਾਰਟ ਕਰਦੇ ਹਾਂ। ਪਹਿਲਾ ਕੁਐਸਚਨ ਹੈਗਾ ਜਿਵੇਂ ਫॉर ਕ੍ਰੀਏਟਿੰਗ ਏ ਡਾਕੂਮੈਂਟ, ਇੱਕ ਡਾਕੂਮੈਂਟ ਨੂੰ ਕ੍ਰੀਏਟ ਕਰਨ ਦੇ ਲਈ ਯੂ ਯੂਜ਼ ਡੈਸ਼ ਕਮਾਂਡ ਐਟ ਫਾਈਲ ਮੈਨੂ ਇਨ MS ਵਰਡ। ਇਹਦਾ ਤੁਸੀਂ ਕੀ ਵਰਤੋਗੇ ਇੱਕ ਡਾਕੂਮੈਂਟ ਨੂੰ ਕ੍ਰੀਏਟ ਕਰਨ ਦੇ ਲਈ MS ਵਰਡ ਦੇ ਮੈਨੂ ਦੇ ਵਿੱਚ। ਦੇਖੋ ਇਹ MS ਵਰਡ ਦਾ ਮੈਨੂ ਆਪਾਂ ਕਹਿ ਸਕਦੇ ਹਾਂ ਇਨਫੋ, ਨਿਊ, ਓਪਨ, ਸੇਵ ਐਜ਼, ਹਨਾ। ਪ੍ਰਿੰਟ ਵਗੈਰਾ ਤਾਂ ਲੋੜ ਹੀ ਨਹੀਂ। ਤਾਂ ਨਵਾਂ ਡਾਕੂਮੈਂਟ ਕ੍ਰੀਏਟ ਕਰਨ ਦੇ ਲਈ ਨਿਊ ਕਮਾਂਡ ਆਪਾਂ ਯੂਜ਼ ਕਰਾਂਗੇ। ਸੋ ਇਹਦਾ ਆਨਸਰ ਹੈਗਾ C, ਠੀਕ ਹੈ। ਅਗਲਾ ਸਵਾਲ ਕਹਿੰਦਾ ਡਾਇਰੈਕਟਰੀ ਵਿਦਨ ਏ ਡਾਇਰੈਕਟਰੀ ਇਜ਼ ਕਾਲਡ। ਦੇਖੋ ਬਹੁਤ ਜ਼ਿਆਦਾ ਸੌਖੇ ਸਵਾਲ ਸੀਗੇ ਯਾਰ। ਮਿਨੀ ਡਾਇਰੈਕਟਰੀ, ਯੂਨੀਅਰ ਡਾਇਰੈਕਟਰੀ, ਪਾਰਟ ਡਾਇਰੈਕਟਰੀ, ਸਬ ਡਾਇਰੈਕਟਰੀ। ਤਾਂ ਡਾਇਰੈਕਟਰੀ ਫੋਲਡਰ ਇੱਕੋ ਹੀ ਗੱਲ ਹੁੰਦੀ ਹੈ, ਹਨਾ। ਜਿਵੇਂ ਆਪਾਂ ਕਹਿ ਦਈਏ ਇਹ ਮੇਰੇ ਨਾਮ ਦਾ ਫੋਲਡਰ ਹੈ ਕੁਲਦੀਪ, ਤੇ ਇਹਦੇ ਇਨਸਾਈਡ ਫੋਲਡਰ ਪਿਆ ਕੰਪਿਊਟਰ, ਹਨਾ। ਤਾਂ ਇਹ ਹੈਗਾ ਡਾਇਰੈਕਟਰੀ, ਆਹ ਵਾਲੀ ਡਾਇਰੈਕਟਰੀ ਇਨਸਾਈਡ ਦਿਸ ਡਾਇਰੈਕਟਰੀ। ਤਾਂ ਡਾਇਰੈਕਟਰੀ ਇਨਸਾਈਡ ਡਾਇਰੈਕਟਰੀ ਕੀ ਬੋਲਦੇ ਆ ਕੰਪਿਊਟਰ ਦੇ ਵਿੱਚ? ਸਬ ਡਾਇਰੈਕਟਰੀ। ਇਹਦੇ ਵਿੱਚ ਵੀ ਡਾਇਰੈਕਟਰੀ ਹੋ ਸਕਦੀ ਹੈ, ਜਿਵੇਂ ਆਪਾਂ ਕਹਿ ਦਈਏ ਐਕਸਾਈਜ਼ ਇੰਸਪੈਕਟਰ, ਹੈ ਨਾ। ਤਾਂ ਜਿੰਨੀਆਂ ਮਰਜ਼ੀ ਇੱਕ ਫੋਲਡਰ ਦੇ ਵਿੱਚ ਜਿੰਨੇ ਮਰਜ਼ੀ ਫੋਲਡਰ ਆਪਣੇ ਕੋਲੇ ਹੋ ਸਕਦੇ ਨੇ। ਸੋ ਇਹਨੂੰ ਕਿਹਾ ਜਾਂਦਾ ਸਬ ਡਾਇਰੈਕਟਰੀ। ਬੜਾ ਸੌਖਾ ਸਵਾਲ ਸੀ। ਅਗਲਾ ਕਹਿੰਦਾ ਡਿਲੀਟਡ ਡੇਟਾ ਰਿਮੇਨ ਇਨ ਡਿਸਕ ਅੰਟਿਲ। ਆਪਾਂ ਡਿਸਕ ਦੇ ਵਿੱਚੋਂ ਡੇਟਾ ਡਿਲੀਟ ਕਰਦੇ ਆ, ਉਹ ਉਹਨਾਂ ਚਿਰ ਡਿਸਕ ਦੇ ਵਿੱਚ ਰਹਿੰਦਾ ਜਿੰਨਾ ਚਿਰ, ਅੰਟਿਲ ਜਿੰਨਾ ਟਾਈਮ, ਹਨਾ। ਤਾਂ ਪਹਿਲਾਂ ਮੈਂ ਥੋੜਾ ਜਿਹਾ ਆਪਾਂ ਬੇਸ ਬਣਾ ਲੈਂਦੇ ਆ ਵੀ ਆਪਣੇ ਕੋਲੇ ਹਾਰਡ ਡਿਸਕ ਹੁੰਦੀ ਹੈ। ਇੱਕ ਹਾਰਡ ਡਿਸਕ ਦੇ ਵਿੱਚ ਸਾਨੂੰ ਸ਼ੋ ਹੁੰਦੀਆਂ ਨੇ ਡਰਾਈਵਸ, ਜਿਵੇਂ C ਡਰਾਈਵ ਆ, D ਡਰਾਈਵ ਆ, E ਡਰਾਈਵ ਆ, ਤੇ ਇਹ ਸਾਰੀਆਂ ਲਿੰਕਡ ਹੁੰਦੀਆਂ ਨੇ ਰੀਸਾਈਕਲ ਬਿਨ ਦੇ ਨਾਲ, ਜਾਂ ਇਹਨੂੰ ਟਰੈਸ਼ ਵੀ ਕਹਿ ਸਕਦੇ ਆ ਆਪਾਂ। ਦਿਸ ਇਜ਼ ਆਲਸੋ ਨੋਨ ਐਜ਼ ਟਰੈਸ਼। ਲਿਨਕਸ ਦੇ ਵਿੱਚ ਟਰੈਸ਼ ਬੋਲਦੇ ਆ, ਵਿੰਡੋ ਦੇ ਵਿੱਚ ਰੀਸਾਈਕਲ, CYCLE, ਸਾਈਕਲ ਬਿਨ, ਰੀਸਾਈਕਲ ਬਿਨ, ਹਨਾ। ਜੇ ਆਪਾਂ ਨੂੰ ਸਵਾਲ ਇਹ ਵੀ ਪੁੱਛ ਲੈਂਦਾ ਕਈ ਵਾਰੀ, ਉਹਨੇ ਪੁੱਛਿਆ ਕਹਿੰਦਾ ਕੰਪਿਊਟਰ ਦੇ ਵਿੱਚ ਫਾਈਲਾਂ ਆਪਾਂ ਡਿਲੀਟ ਕਰ ਦਈਏ ਕਿੱਥੇ ਚਲੀਆਂ ਜਾਂਦੀਆਂ ਨੇ? ਤਾਂ ਉਹ ਰੀਸਾਈਕਲ ਬਿਨ ਦੇ ਵਿੱਚ ਚਲੀਆਂ ਜਾਂਦੀਆਂ ਨੇ। ਤਾਂ ਇਮੀਡੀਏਟਲੀ ਡੇਟਾ ਡਿਲੀਟ ਨਹੀਂ ਹੁੰਦਾ। ਜੇ ਮੰਨ ਲਓ ਇੱਥੇ ਕੋਈ ਫਾਈਲ 1 ਹੈ, ਹਨਾ, ਇੱਥੇ ਆਪਾਂ ਇਹਨੂੰ ਡਿਲੀਟ ਕਰ ਦਾਂਗੇ, ਇਹ C ਡਰਾਈਵ ਤੋਂ ਇਮੀਡੀਏਟਲੀ ਡਿਲੀਟ ਨਹੀਂ ਹੋਊਗੀ। ਇਹ ਕਿੱਥੇ ਚਲੀ ਜਾਊਗੀ? ਟਰੈਸ਼ ਦੇ ਵਿੱਚ। ਕਿਉਂ ਚਲੀ ਜਾਂਦੀ ਹੈ? ਇਹ ਆਪਾਂ ਨੂੰ ਇੱਕ ਫੀਚਰ ਪ੍ਰੋਵਾਈਡ ਕਰਦਾ ਆਪਰੇਟਿੰਗ ਸਿਸਟਮ ਵੀ ਕਈ ਵਾਰੀ ਸਾਡੇ ਤੋਂ ਭੁਲੇਖੇ ਨਾਲ ਡਿਲੀਟ ਹੋ ਜੇ ਫਾਈਲ, ਤਾਂ ਅਸੀਂ ਇੱਥੋਂ ਜਾ ਕੇ ਰਿਕਵਰ ਕਰ ਸਕਦੇ ਹਾਂ, ਠੀਕ ਹੈ। ਇਹਨੂੰ ਦੁਬਾਰਾ ਰੀਸਟੋਰ ਦਾ ਆਪਸ਼ਨ ਹੁੰਦਾ। ਰੀਸਾਈਕਲ ਬਿਨ ਨੂੰ ਓਪਨ ਕਰੋ, ਇਹ ਤੇ ਕਲਿੱਕ ਕਰੋ ਤਾਂ ਤੁਸੀਂ ਪ੍ਰੈਸ ਕਰ ਦਿਓ ਰੀਸਟੋਰ, ਇੱਥੋਂ ਜਾ ਕੇ ਰੀਸਟੋਰ ਹੋ ਸਕਦਾ ਹੈ ਨਾ। ਦੂਸਰਾ ਤਰੀਕਾ ਵੀ ਹੈ, ਜੇ ਤੁਸੀਂ ਰੀਸਾਈਕਲ ਬਿਨ ਨੂੰ ਵੀ ਐਮਪਟੀ ਕਰਤਾ ਤਾਂ ਵੀ ਫਾਈਲ ਰਿਕਵਰ ਹੋ ਜਾਂਦੀ ਹੈ ਬਹੁਤ ਸਾਰੇ ਸੌਫਟਵੇਅਰ ਵਰਤ ਕੇ। ਤਾਂ ਮੰਨ ਲਓ ਇਹ ਵਾਲੀ ਫਾਈਲ ਸੀ, ਜਿਹੜਾ ਇੱਥੇ ਇਹਦਾ ਡਾਟਾ ਲਿਖਿਆ ਗਿਆ ਸੀ, ਜੇਕਰ ਆਪਾਂ ਇੱਥੋਂ ਡਾਟਾ ਨੂੰ ਡਿਲੀਟ ਕਰਤਾ ਤਾਂ ਇਹ ਪਹਿਲਾਂ ਜਾਊਗਾ ਰੀਸਾਈਕਲ ਬਿਨ ਦੇ ਵਿੱਚ। ਜੇ ਰੀਸਾਈਕਲ ਬਿਨ ਵੀ ਐਮਪਟੀ ਕਰਤਾ ਤਾਂ ਡਾਟਾ ਇੱਥੋਂ ਡਿਲੀਟ ਨਹੀਂ ਹੁੰਦਾ, ਡਾਟਾ ਇੱਥੇ ਹੀ ਪਿਆ ਰਹੂਗਾ। ਜਸਟ ਉਹਦਾ ਪੁਆਇੰਟਰ ਡਿਲੀਟ ਹੋ ਜਾਂਦਾ, ਜਿਹੜਾ ਉਹਦਾ ਨਾਮ ਹੁੰਦਾ ਜਾਂ ਜਿਹੜੀ ਲੋਕੇਸ਼ਨ ਨੂੰ ਉਹ ਪੁਆਇੰਟ ਕਰ ਰਿਹਾ ਹੁੰਦਾ, ਤਾਂ ਉਹਦਾ ਪੁਆਇੰਟਰ ਡਿਲੀਟ ਹੋ ਜਾਂਦਾ।
ਤਾਂ ਉਹਦਾ ਫਿਰ ਵੀ ਡੈਂਗਲਿੰਗ ਪੁਆਇੰਟਰ ਐਗਜ਼ਿਸਟ ਕਰਦਾ। ਚਲੋ ਜ਼ਿਆਦਾ ਟੈਕਨੀਕਲ ਡਿਟੇਲ ਹੋ ਗਈ, ਆਪਾਂ ਨੂੰ ਲੋੜ ਨਹੀਂ ਹੈ। ਤਾਂ ਉਹਦਾ ਪੁਆਇੰਟਰ ਹਜੇ ਵੀ ਐਗਜ਼ਿਸਟ ਕਰਦਾ ਹੁੰਦਾ ਹੈ। ਉਹ ਕਿੰਨਾ ਚਿਰ ਐਗਜ਼ਿਸਟ ਕਰਦਾ ਹੈ? ਜਿੰਨਾ ਟਾਈਮ ਇਸੇ ਡਿਸਕ ਦੇ ਵਿੱਚ ਆਪਾਂ ਹੋਰ ਡਾਟਾ ਓਵਰਰਾਈਟ ਨਹੀਂ ਕਰਦੇ, ਉਹਨਾਂ ਚਿਰ ਆਪਾਂ ਡਾਟਾ ਨੂੰ ਰਿਕਵਰ ਕਰ ਸਕਦੇ ਹਾਂ। ਮੰਨ ਲਓ ਸਪੋਜ਼ ਕਰੋ ਤੁਹਾਡੀ ਕੋਈ ਪੈਨ ਡਰਾਈਵ ਹੈ, ਪੈਨ ਡਰਾਈਵ ਤੁਸੀਂ ਫਾਰਮੈਟ ਕਰਤੀ, ਤਾਂ ਪੈਨ ਡਰਾਈਵ 16 GB ਦੀ ਪੈਨ ਡਰਾਈਵ ਸੀ, ਹੈ ਨਾ, ਤੇ ਤੁਸੀਂ ਉਹਨੂੰ ਫਾਰਮੈਟ ਕਰਤਾ, ਤੁਸੀਂ ਉਹਨੂੰ ਰਿਕਵਰ ਕਰ ਸਕਦੇ ਹੋ ਕਿੰਨਾ ਟਾਈਮ? ਜਿੰਨਾ ਟਾਈਮ 16 GB ਦਾ ਆਪਾਂ ਹੋਰ ਡਾਟਾ ਉਹਦੇ ਤੇ ਓਵਰਰਾਈਟ ਨਹੀਂ ਕਰਦੇ। ਜਦੋਂ ਓਵਰਰਾਈਟ ਕਰਦੇ ਨੇ ਡਾਟਾ, ਤਾਂ ਉਹ ਪੁਰਾਣਾ ਡਾਟਾ ਸਾਰਾ ਕੀ ਹੋ ਜਾਂਦਾ? ਇਰੇਜ਼ ਹੋ ਜਾਂਦਾ, ਨਵਾਂ ਡਾਟਾ ਉਹਦੇ ਤੋਂ ਉੱਪਰ ਆ ਜਾਂਦਾ। ਸੋ ਇਹ ਸਵਾਲ ਦੇ ਵਿੱਚ ਆਪਾਂ ਨੂੰ ਇਹੀ ਪੁੱਛ ਲਿਆ, ਕਹਿੰਦਾ ਡਿਲੀਟਡ ਡਾਟਾ ਰਿਮੇਨ ਇਨ ਡਿਸਕ ਅੰਟਿਲ, ਕਿੰਨਾ ਚਿਰ ਰਹਿੰਦਾ ਹੈ? ਅੰਟਿਲ ਦੀ ਡਾਟਾ ਇਜ਼ ਓਵਰ ਰਿਟਨ, ਜਿੰਨਾ ਟਾਈਮ ਡਾਟਾ ਜਿਹੜਾ ਹੈਗਾ ਓਵਰ ਰਿਟਨ ਨਹੀਂ ਹੁੰਦਾ, ਹਨਾ। ਤਾਂ ਡਿਸਕ ਸਕੈਨਿੰਗ ਤਾਂ ਆਪਾਂ ਵੈਸੇ ਹੀ ਕਰ ਲੈਂਦੇ ਹਾਂ ਕਿਸੇ ਵੀ ਪਰਪਸ ਦੇ ਲਈ, ਹਨਾ। ਕੋਈ ਐਰਰ ਫਾਈਂਡ ਆਊਟ ਕਰਨ ਦੇ ਲਈ ਵਾਇਰਸ ਐਂਟੀਵਾਇਰਸ ਲਗਾ ਕੇ ਸਕੈਨਿੰਗ ਕਰ ਲੈਂਦੇ ਆ। ਸਕੈਨ ਤਾਂ ਛਾਣਬੀਣ ਹੀ ਹੁੰਦਾ, ਹਨਾ। ਸੋ ਫਾਈਲ ਕੰਪਰੈਸ਼ਨ ਯੂਟਿਲਿਟੀ ਯੂਜ਼ਡ, ਕੰਪਰੈਸ਼ਨ ਦਾ ਸਾਈਜ਼ ਘਟਾਉਣਾ ਹੁੰਦਾ ਹੈ। ਆਲ ਆਫ ਥੀਸ ਹੈ ਨਹੀਂ, ਤਾਂ ਸਿਰਫ ਇਹ ਆਨਸਰ ਹੈ ਇਹਦਾ ਪਹਿਲਾ। ਕਲੀਅਰ ਹੋਈ ਗੱਲ? ਸੋ ਇਸ ਤਰੀਕੇ ਦੇ ਨਾਲ ਇਹ ਵੀ ਬੜਾ ਸੌਖਾ ਸਵਾਲ ਸੀ। ਅਗਲਾ ਸਵਾਲ, ਵਿਚ ਆਫ ਦੀ ਫੋਲੋਇੰਗ ਗਰੁੱਪਸ ਕੰਸਿਸਟ ਆਫ ਓਨਲੀ ਇਨਪੁਟ ਡਿਵਾਈਸ। ਚਲੋ ਡਿਵਾਈਸ ਹੈ ਨਹੀਂਗਾ, ਓਨਲੀ ਇਨਪੁਟ। ਤਾਂ ਇਨਪੁਟ ਆਊਟਪੁੱਟ ਦੇ ਵਿੱਚੋਂ ਵੀ ਸਵਾਲ ਪੁੱਛੇ ਜਾ ਸਕਦੇ ਨੇ। ਇਹ ਸਾਰੇ ਮੈਂ ਕੁਐਸਚਨ ਕਰਾਏ ਹੋਏ ਨੇ ਦੂਸਰੇ ਚੈਪਟਰ ਦੇ ਵਿੱਚ, ਗ੍ਰੈਂਡ ਸੀਰੀਜ਼ ਦੇ ਵਿੱਚ ਜਾ ਕੇ ਤੁਹਾਨੂੰ ਸਾਰੇ ਮਿਲ ਜਾਣਗੇ। ਤਾਂ ਇਹਦੇ ਵਿੱਚ 3 ਡਿਵਾਈਸ ਦਿੱਤੇ ਹੋਏ ਨੇ, ਪਹਿਲੇ 2 ਤਾਂ ਡਿਸਾਈਡਿੰਗ ਫੈਕਟਰ ਹੈ ਹੀ ਨਹੀਂ, ਕੀਬੋਰਡ ਮਾਊਸ ਆ ਦੋਨੇ ਇਨਪੁਟ ਹੈ। ਸੋ ਸਵਾਲ ਤਾਂ ਅਸਲ ਦੇ ਵਿੱਚ ਆਹੀ ਹੈ। ਮੋਨੀਟਰ ਇੱਕ ਆਊਟਪੁੱਟ ਹੈ, ਪ੍ਰਿੰਟਰ ਵੀ ਆਊਟਪੁੱਟ ਹੈ। ਪਲੋਟਰ ਜਿਹੜਾ ਹੁੰਦਾ ਨਾ, ਪ੍ਰਿੰਟਰ ਤੋਂ ਵੱਡੀਆਂ ਚੀਜ਼ਾਂ ਪ੍ਰਿੰਟ ਕਰਨ ਲਈ ਵਰਤਿਆ ਜਾਂਦਾ, ਜਿਵੇਂ ਆਪਣੇ ਕੋਲੇ ਵੱਡੀਆਂ ਫਲੈਕਸਾਂ ਪ੍ਰਿੰਟ ਕਰਨੀ, ਇਹ ਵੀ ਆਊਟਪੁੱਟ ਹੈ। ਤਾਂ ਪਹਿਲੇ ਜਿਹੜੇ ਆਪਾਂ ਕਹਿ ਸਕਦੇ ਹਾਂ ਤਿੰਨੇ ਹੀ ਆਊਟਪੁੱਟ ਨੇ, ਹਨਾ। ਤਾਂ ਸਕੈਨਰ ਹੈ ਜਿਹੜਾ ਇਨਪੁਟ ਹੈ, ਤਾਂ ਫਿਰ ਓਨਲੀ ਇਨਪੁਟ ਦੇ ਵਿੱਚ ਆਨਸਰ ਡੀ ਆ ਜਾਊਗਾ ਆਪਣੇ ਕੋਲੇ। ਅਗਲਾ ਸਵਾਲ, ਦ ਨੇਮ ਏ ਯੂਜ਼ਰ ਅਸਾਈਨ ਟੂ ਏ ਡਾਕੂਮੈਂਟ ਇਜ਼ ਕਾਲਡ। ਯੂਜ਼ਰ ਕਹਿੰਦਾ ਕਿਸੇ ਵੀ ਡਾਕੂਮੈਂਟ ਨੂੰ ਨੇਮ ਅਸਾਈਨ ਕਰਦਾ, ਉਹਨੂੰ ਕੀ ਬੋਲ ਦਿੰਦੇ ਆ? ਚਾਹੇ ਤਾਂ ਆਪਾਂ ਮਿਊਜ਼ਿਕ ਦੀ ਫਾਈਲ ਹੋਵੇ, .mp3 ਫਾਈਲ ਹੋਵੇ, ਹਨਾ, ਚਾਹੇ .avi ਹੋਵੇ, ਚਾਹੇ .docx ਹੋਵੇ, ਵਰਡ ਦੀ ਫਾਈਲ ਆ ਗਈ, ਚਾਹੇ .xlsx, ਚਾਹੇ .pptx, ਚਾਹੇ ਹੋਵੇ ਆਪਣੇ ਕੋਲੇ .txt। ਇਹ ਹੁੰਦੀ ਹੈ ਨੋਟਪੈਡ ਦੀ ਐਕਸਟੈਂਸ਼ਨ। ਤਾਂ ਆਪਾਂ ਨੂੰ ਇਹ ਵੀ ਸਵਾਲ ਪੁੱਛਿਆ ਜਾ ਸਕਦਾ ਹੈ ਵੀ ਐਕਸਲ ਦੀ ਐਕਸਟੈਂਸ਼ਨ ਕਿਹੜੀ ਹੈ? XLSX। 2007 ਤੋਂ ਪਹਿਲਾਂ ਜਾਨੀ ਕਿ 2003 ਤੱਕ ਜਿੰਨੀਆਂ ਵੀ ਐਕਸਟੈਂਸ਼ਨਾਂ ਸੀ, XLS ਲੱਗਦਾ ਸੀ, ਜਾਂ ਜਿਵੇਂ DOC, ਜਾਂ ਜਿਵੇਂ PPT, ਠੀਕ ਆ। ਬਟ 2007 ਜਾਂ 2007 ਤੋਂ ਔਨਵਰਡ .XLSX, .docx, .ppt, ਇਹ ਸਵਾਲ ਪੁੱਛਿਆ ਉਹਨੇ ਇੱਕ ਵਾਰੀ X। ਤਾਂ 2007 ਤੋਂ ਬਾਅਦ 2010 ਆਇਆ, ਫਿਰ 2013 ਸੀ, 2016, 2019, ਅੱਜ ਕੱਲ 2000 ਆਫਿਸ ਦਾ ਵਰਜਨ ਹੈ ਜਿਹੜਾ 2021 ਚੱਲਦਾ, ਉਹਨਾਂ ਸਾਰਿਆਂ ਦੇ ਵਿੱਚ X ਲੱਗਦਾ। ਇੱਕ ਤਾਂ ਇਹ ਗੱਲ ਯਾਦ ਰੱਖਣੀ ਹੈ। MP3 ਤੋਂ ਅੱਗੇ ਨਾਮ ਹੋਊਗਾ, ਕੋਈ ਵੀ Song ਆਪਾਂ ਲਿਖਤੀਏ ਨਾ, Song 1, ਉਹ ਜਿਹੜਾ ਡਾਕੂਮੈਂਟ ਨੂੰ ਅਸੀਂ ਸਾਈਨ ਕਰਦੇ ਹਾਂ, ਉਹ ਫਾਈਲ ਦਾ ਨਾਮ ਹੁੰਦਾ, ਚਾਹੇ ਉਹ ਫਾਈਲ ਆਡੀਓ ਹੈ, ਚਾਹੇ ਵੀਡੀਓ ਹੈ, ਚਾਹੇ ਟੈਕਸਟ ਫਾਈਲ ਹੈ। ਤਾਂ ਉਹਦਾ ਫਿਰ ਕੀ ਨਾਮ ਆਨਸਰ ਆ ਜਾਊਗਾ A। ਪ੍ਰੋਗਰਾਮ ਨਹੀਂ ਹੋਊਗਾ, ਰਿਕਾਰਡ ਵੀ ਨਹੀਂ ਹੋਊਗਾ, ਡੇਟਾ ਵੀ ਨਹੀਂ ਹੋਊਗਾ। ਤਾਂ ਬੜੇ ਸੌਖੇ ਸਵਾਲ ਉਹਨੇ ਪੁੱਛੇ ਸੀ 18 ਦੇ ਵਿੱਚ। ਦ ਫੰਕਸ਼ਨ ਆਫ CPU ਇਜ਼ ਟੂ, ਕਹਿੰਦਾ CPU ਦਾ ਕੀ ਫੰਕਸ਼ਨ ਹੁੰਦਾ? ਪ੍ਰੋਵਾਈਡ ਹਾਰਡ ਕਾਪੀ, ਨਹੀਂ, ਹਾਰਡ ਕਾਪੀ ਤਾਂ ਪ੍ਰਿੰਟਰ ਪ੍ਰੋਵਾਈਡ ਕਰਦਾ। ਪ੍ਰੋਵਾਈਡ ਐਕਸਟਰਨਲ ਸਟੋਰੇਜ ਆਫ ਟੈਕਸਟ, ਬਿਲਕੁਲ ਨਹੀਂ। ਐਕਸਟਰਨਲ ਸਟੋਰੇਜ ਵਾਸਤੇ ਹਾਰਡ ਡਿਸਕ ਵਰਤੀ ਜਾਂਦੀ ਹੈ ਆਪਣੇ ਕੋਲੇ, ਹਨਾ, ਜਾਂ ਪੈਨ ਡਰਾਈਵ ਵਗੈਰਾ, CD DVD ਵਗੈਰਾ, ਸੈਕੰਡਰੀ ਮੈਮਰੀ ਜਿੰਨੀਆਂ ਵੀ ਨੇ ਐਕਸਟਰਨਲ ਹਾਰਡ ਸਟੋਰੇਜ ਪ੍ਰੋਵਾਈਡ ਕਰਦੀਆਂ ਨੇ, ਇਹ ਦੋਨੋਂ ਨਹੀਂ ਹੈਗੇ। ਕਮਿਊਨੀਕੇਟ ਵਿਦ ਆਪਰੇਟਰ, ਬਿਲਕੁਲ ਵੀ ਨਹੀਂ ਹੈ। CPU ਥੋੜੀ ਕਮਿਊਨੀਕੇਟ ਕਰਦਾ ਆਪਰੇਟਰ ਦੇ ਨਾਲ, ਪੂਰਾ ਦਾ ਪੂਰਾ ਕੰਪਿਊਟਰ ਹੀ ਕਰਦਾ, ਹਨਾ। ਬੇਸ਼ੱਕ ਕੰਪਿਊਟਰ ਪਾਰਟ ਹੁੰਦਾ, ਪਰ ਮੇਨ ਕੰਮ ਕੀ ਹੈ? ਮੇਨ ਫੰਕਸ਼ਨ CPU ਦਾ ਰੀਡ, ਇੰਟਰਪ੍ਰੇਟ ਐਂਡ ਪ੍ਰੋਸੈਸ ਦੀ ਇਨਫੋਰਮੇਸ਼ਨ ਐਂਡ ਇੰਸਟਰਕਸ਼ਨ। ਕੋਈ ਵੀ ਆਪਾਂ ਕੰਪਿਊਟਰ ਨੂੰ ਕਮਾਂਡ ਦਿੰਨੇ ਆ, ਤਾਂ ਸਭ ਤੋਂ ਪਹਿਲਾਂ ਉਹ CPU ਦੇ ਵਿੱਚ ਜਾਂਦੀ ਹੈ। CPU ਦੇ 3 ਪਾਰਟ ਹੁੰਦੇ ਨੇ, ਇਹ ਸਵਾਲ ਵੀ ਆਪਾਂ ਨੂੰ ਪੁੱਛਿਆ ਜਾ ਸਕਦਾ ਹੈ। ਕੰਟਰੋਲ ਯੂਨਿਟ, ਅਰਥਮੈਟਿਕ ਲੌਜਿਕ ਯੂਨਿਟ, ਤੇ ਤੀਸਰਾ ਹੁੰਦਾ ਮੈਮਰੀ ਯੂਨਿਟ। ਮੈਮਰੀ ਯੂਨਿਟ ਦੇ ਮੈਂ ਪਹਿਲਾਂ ਵੀ ਦੱਸਿਆ ਸੀ, ਇੱਕ ਹੁੰਦਾ ਰਜਿਸਟਰ, 2 ਪਾਰਟ ਹੁੰਦੇ ਨੇ, ਦੂਸਰਾ ਹੁੰਦਾ ਆਪਣੇ ਕੋਲੇ ਕੈਸ਼ੇ ਮੈਮਰੀ, ਹਨਾ। ਇਹ ਪੁੱਛੇ ਜਾ ਸਕਦੇ ਨੇ ਵੀ CPU ਦੇ ਕੰਪੋਨੈਂਟ ਕਿਹੜੇ ਨੇ। ਤਾਂ ਕੋਈ ਵੀ ਚੀਜ਼ ਜਿਹੜੀ ਆਪਾਂ ਕੰਪਿਊਟਰ ਦੇ ਵਿੱਚ ਚਲਾਉਣੀ ਆ, ਸਭ ਤੋਂ ਪਹਿਲਾਂ ਉਹ ਕਿੱਥੇ? ਕੰਟਰੋਲ ਯੂਨਿਟ ਉਹਨੂੰ ਕੰਟਰੋਲ ਕਰਕੇ ALU ਦੇ ਵਿੱਚ ਜਾਂਦਾ, ਉਹ ਰੀਡ ਕਰਦਾ, ਫਿਰ ਉਹ ਇੰਟਰਪ੍ਰੇਟ ਕਰਦਾ ਵੀ ਕਰਨਾ ਕੀ ਆ, ਫਿਰ ਇਨਫੋਰਮੇਸ਼ਨ ਨੂੰ ਪ੍ਰੋਸੈਸ ਕਰਦਾ। ਇਨਫੋਰਮੇਸ਼ਨ ਜਾਂ ਇੰਸਟਰਕਸ਼ਨ ਇੱਕੋ ਹੀ ਗੱਲ ਹੁੰਦੀ ਹੈ। ਕਲੀਅਰ? ਸੋ ਫਿਰ ਇਹਦਾ ਆਨਸਰ ਕੀ ਹੈ?
सी आंसर है अपने को। ठीक है, अगला सवाल कहता टू मूव द बिगिनिंग ऑफ लाइन ऑफ टेक्स्ट ਪ੍ਰੈਸ ਡੈਸ਼ ਕੀ ਇਨ MS वर्ड। ਮੰਨ ਲਓ ਇਹ MS वर्ड ਦਾ ਇਹ ਪੇਜ ਹੈ ਇੱਕ, ਇਹ ਬਹੁਤ ਸਾਰੀਆਂ ਲਾਈਨਾਂ ਨੇ ਹਨਾ, ਇਸ ਲਾਈਨ ਦੇ ਵਿੱਚ ਆਪਾਂ ਕਿਤੇ ਵੀ ਆਪਣਾ ਕਰਸਰ ਬਲਿੰਕ ਕਰ ਰਿਹਾ, ਸਪੋਜ਼ ਕਰੋ ਇੱਥੇ ਆ, ਇੱਥੇ ਕਰਸਰ ਬਲਿੰਕ ਕਰ ਰਿਹਾ ਤਾਂ ਆਪਾਂ ਸਟਾਰਟਿੰਗ 'ਚ ਜਾਣਾ ਤਾਂ ਆਪਾਂ ਕਿਹੜੀ ਕੀ ਪ੍ਰੈਸ ਕਰਾਂਗੇ? ਤਾਂ ਮੈਨੂੰ ਲੱਗਦਾ ਤੁਹਾਨੂੰ ਪਤਾ ਹੋਣਾ, ਪੇਜ ਅਪ ਵੀ ਨਹੀਂ, ਐਂਡ ਵੀ ਨਹੀਂ, ਐਂਟਰ ਵੀ ਨਹੀਂ, ਤਾਂ ਹੋਮ ਕੀ ਆਂਸਰ ਹੈਗਾ ਹੋਮ। ਬਟ ਆਪਾਂ ਕੁਝ ਹੋਰ ਸ਼ਾਰਟਕਟ ਇਹਦੇ ਨਾਲ ਲੱਗਦੇ ਜਿਹੜੇ ਆਪਾਂ ਨੂੰ ਪੁੱਛੇ ਜਾ ਸਕਦੇ ਨੇ, ਜਿਵੇਂ ਹੋਮ ਹੁੰਦਾ ਲਾਈਨ ਦੇ ਐਂਡ ਤੇ ਮੂਵ ਕਰਨਾ, ਐਂਡ ਹੋਊਗਾ ਲਾਈਨ ਦੇ ਐਂਡ ਤੇ ਜਾਣਾ ਹਨਾ। ਜੇ ਕੰਟਰੋਲ ਹੋਮ ਪ੍ਰੈਸ ਕਰ ਦਈਏ ਤਾਂ ਪੂਰੇ ਦੇ ਪੂਰੇ ਡਾਕੂਮੈਂਟ ਦੇ ਬਿਗਨਿੰਗ ਤੇ ਜਾਊਗਾ, ਜਿਵੇਂ ਇਹ ਪੂਰਾ ਡਾਕੂਮੈਂਟ ਹੈ ਨਾ ਆਪਣਾ, ਇੱਥੇ ਲਾਈਨਾਂ ਪਈਆਂ ਨੇ ਬਹੁਤ ਸਾਰੀਆਂ, ਤੇ ਜੇ ਕਰੰਟਲੀ ਅਸੀਂ ਵਿਚਾਲੇ ਜੇ ਖੜੇ ਆ ਕਿਤੇ, ਸਪੋਜ਼ ਕਰੋ ਇੱਥੇ ਜੇ ਆਪਾਂ ਕੰਟਰੋਲ ਦੇ ਨਾਲ ਸੌਰੀ ਹੋਮ ਦੇ ਨਾਲ ਇੱਥੇ, ਐਂਡ ਦੇ ਨਾਲ ਇੱਥੇ, ਤੇ ਜੇ ਇੱਥੇ ਕੰਟਰੋਲ ਹੋਮ ਪ੍ਰੈਸ ਕਰ ਦਾਂਗੇ ਤਾਂ ਇੱਥੇ ਚਲਾ ਜਾਊਗਾ। ਠੀਕ ਹੈ, ਜੇ ਕੰਟਰੋਲ ਐਂਡ ਕਰ ਦਾਂਗੇ ਤਾਂ ਡਾਕੂਮੈਂਟ ਦੇ ਐਂਡ ਤੇ ਚਲਾ ਜਾਊਗਾ, ਬੜਾ ਸੌਖਾ ਕੰਮ ਹੈ। ਤੇ ਜੇ ਸ਼ਿਫਟ ਇੱਥੇ ਖੜੇ ਆ ਆਪਾਂ, ਸ਼ਿਫਟ ਹੋਮ ਦੱਬ ਦਈਏ ਤਾਂ ਇੱਥੋਂ ਲੈ ਕੇ ਇੰਨਾ ਪੋਰਸ਼ਨ ਸਿਲੈਕਟ ਹੋ ਜਾਊਗਾ। ਹਾਈਲਾਈਟ ਆਲ ਟੈਕਸਟ ਫਰੋਮ ਕਰੰਟ ਪੋਜੀਸ਼ਨ ਟੂ ਦੀ ਸਟਾਰਟ ਆਫ ਲਾਈਨ, ਸੌਰੀ ਮੈਂ ਗਲਤ ਦੱਸਤਾ, ਸਟਾਰਟ ਆਫ ਲਾਈਨ ਇੱਥੋਂ ਲੈ ਕੇ ਇੰਨਾ ਸਾਰਾ ਡਾਕੂਮੈਂਟ ਦਾ ਨਹੀਂ, ਸਟਾਰਟ ਆਫ ਲਾਈਨ। ਤੇ ਜੇ ਆਪਾਂ ਦੱਬ ਦਈਏ ਸ਼ਿਫਟ ਐਂਡ ਫਿਰ ਐਂਡ ਆਫ ਲਾਈਨ, ਫਿਰ ਇੰਨੇ ਵਾਲਾ ਜਿਹੜਾ ਸੀਗਾ ਹਾਈਲਾਈਟ ਹੋ ਜਾਊਗਾ। ਸੋ ਫਿਰ ਇਹਦਾ ਆਂਸਰ ਆਪਣੇ ਕੋਲੇ ਸੀ ਸੀਗਾ। ਠੀਕ ਹੈ, ਬੜਾ ਸੌਖਾ ਪੁੱਛਿਆ ਗਿਆ, ਇਹ ਸਵਾਲ ਵੀ ਬੜਾ ਸੌਖਾ। ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਹਾਰਡਵੇਅਰ ਆਫ ਕੰਪਿਊਟਰ। ਕਹਿੰਦਾ ਹੇਠ ਲਿਖਿਆ ਜੋ ਕਿਹੜਾ ਹਾਰਡਵੇਅਰ ਨਹੀਂ, ਤਾਂ ਸਾਰੇ ਐਂ ਲੱਗਦਾ ਜਿਵੇਂ ਪਟਵਾਰੀ ਦਾ ਪੇਪਰ ਹੀ ਸੋਲਵ ਕਰ ਰਹੇ ਹੁੰਦੇ ਆਪਾਂ ਹਨਾ। ਇਹ ਵੀ ਬੜਾ ਸੌਖਾ ਸੀ ਕੰਪਿਊਟਰ, ਬਾਕੀ ਦਾ ਨਹੀਂ ਆਪਾਂ ਨੂੰ ਪਤਾ ਕਿਵੇਂ ਦਾ ਆਇਆ ਸੀ, ਉਹ ਤੁਸੀਂ ਕਰੋਗੇ ਸਵਾਲ ਤੁਹਾਨੂੰ ਪਤਾ ਹੋਊਗਾ। ਕਹਿੰਦਾ ਵਿਚ ਆਫ ਦੀ ਫੋਲੋਇੰਗ ਨੋਟ ਹੈ, ਜਿੱਥੇ ਵੀ ਨੋਟ ਨੂਟ ਆ ਗਿਆ ਨਾ ਇੱਥੇ ਗੋਲਾ ਮਾਰ ਲੈਣਾ, ਤਾਂ ਕਰਕੇ ਆਪਣੀ ਗਲਤੀ ਨਾ ਹੋਵੇ। ਹਾਰਡਵੇਅਰ ਕਿਹੜਾ ਨਹੀਂ ਹੈਗਾ, ਮੋਨੀਟਰ, ਕੀਬੋਰਡ, CPU ਹਾਰਡਵੇਅਰ ਹੈ, ਕੀਬੋਰਡ ਵੀ ਹਾਰਡਵੇਅਰ ਹੈ, ਮੋਨੀਟਰ ਵੀ ਹਾਰਡਵੇਅਰ। ਟੈਂਜੀਬਲ ਕੰਪੋਨੈਂਟ ਹੁੰਦਾ ਜਿਹਨੂੰ ਅਸੀਂ ਟੱਚ ਕਰ ਸਕਦੇ ਹਾਂ, ਜਿਵੇਂ ਸਾਰੇ ਇਨਪੁਟ ਆਊਟਪੁੱਟ ਡਿਵਾਈਸ ਨੂੰ ਆਪਾਂ ਪੈਰੀਫੇਰਲ ਡਿਵਾਈਸ ਵੀ ਕਹਿ ਦਿੰਦੇ ਹਾਂ, ਇਹਨਾਂ ਨੂੰ ਆਪਾਂ ਟੱਚ ਕਰ ਸਕਦੇ ਹਾਂ, ਇਹ ਕੀ ਨੇ? ਹਾਰਡਵੇਅਰ ਨੇ। ਵਿੰਡੋਜ਼ ਇੱਕ ਆਪਰੇਟਿੰਗ ਸਿਸਟਮ ਹੈ, ਦਿਸ ਇਜ਼ ਨਾਟ ਏ ਹਾਰਡਵੇਅਰ, ਦਿਸ ਇਜ਼ ਏ ਸੌਫਟਵੇਅਰ। ਸੋ ਆਂਸਰ ਸੀ ਆ, ਇਹਦਾ ਤਾਂ ਆਂਸਰ ਪਹਿਲਾਂ ਹੀ ਦਿੱਤਾ ਹੋਇਆ ਹੈ। ਚਲੋ ਕੋਈ ਗੱਲ ਨਹੀਂ, ਮੈਂ ਮਿਟੇ ਦੇਣਾ, ਤੁਸੀਂ ਅੱਖਾਂ ਬੰਦ ਕਰ ਲਓਗੇ ਹਨਾ। ਸੋ ਮੈਂ ਇਹਦੇ ਤੇ ਲਾਉਣਾ ਭੁੱਲ ਗਿਆ। ਇਹ ਸਵਾਲ ਬਹੁਤ ਜ਼ਿਆਦਾ ਪੁੱਛਿਆ ਜਾਂਦਾ, ਪਿਛਲੇ ਪੇਪਰ ਦੇ ਵਿੱਚ ਵੀ ਦੇਖਿਆ ਸੀ ਆਪਾਂ, ਪਟਵਾਰੀ ਵਾਲਿਆਂ ਦੇ ਵਿੱਚ ਵੀ ਦੇਖਿਆ ਸੀ। ਇਹ ਵੈਬਸਾਈਟ ਮੇਨ ਪੇਜ ਇਜ਼ ਕਾਲਡ, ਵੈਬਸਾਈਟ ਦਾ ਮੇਨ ਪੇਜ ਤੁਹਾਨੂੰ ਪਤਾ ਹੀ ਆ, ਦੇਖਣ ਦੀ ਲੋੜ ਵੀ ਨਹੀਂ, ਬਰਾਊਜ਼ ਪੇਜ ਵੀ ਨਹੀਂ ਕਹਿੰਦੇ, ਸਰਚ ਪੇਜ ਵੀ ਨਹੀਂ ਕਹਿੰਦੇ, ਬੁੱਕ ਮਾਰਕ ਵੀ ਨਹੀਂ ਕਹਿੰਦੇ, ਤਾਂ ਹੋਮ ਪੇਜ। ਆਂਸਰ ਇਹ ਹੀ ਹੈ, ਦੇਖ ਲਓ। ਠੀਕ ਹੈ, ਅਗਲਾ ਸਵਾਲ ਵਿਚ ਅਮੰਗ ਦੀ ਫੋਲੋਇੰਗ ਇਜ਼ ਨਾਟ ਵੈਬ ਬਰਾਊਜ਼ਰ। ਨਾਟ ਆ ਗਿਆ, ਗੋਲਾ ਲਾ ਲਾਂਗੇ। ਓਪੇਰਾ, ਨੈਟਸਕੇਪ, ਮੋਜ਼ਿਲਾ ਤੇ ਗੂਗਲ। ਇਹ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਆਈ ਥਿੰਕ। ਬਰਾਊਜ਼ਰ ਓਪੇਰਾ ਇੱਕ ਬਰਾਊਜ਼ਰ ਹੈ, ਨੈਟਸਕੇਪ ਨੈਵੀਗੇਟਰ ਵੀ ਬਰਾਊਜ਼ਰ ਹੈ, ਮੋਜ਼ਿਲਾ ਵੀ ਬਰਾਊਜ਼ਰ ਹੈ ਹਨਾ, ਗੂਗਲ ਕ੍ਰੋਮ ਬਰਾਊਜ਼ਰ ਹੈ, ਬਟ ਗੂਗਲ ਇਜ਼ ਨਾਟ ਏ ਬਰਾਊਜ਼ਰ। ਗੂਗਲ ਹੈਗਾ ਇੱਕ ਸਰਚ ਇੰਜਨ ਹੈ। ਠੀਕ ਹੈ, ਇਹ ਸਵਾਲ ਜਿਹੜਾ ਹੈ ਬੜਾ ਪੁੱਛਿਆ ਜਾਂਦਾ, ਆਂਸਰ ਡੀ ਹੈ। ਇਹ ਦੇਖੋ, ਓਪੇਰਾ ਬਰਾਊਜ਼ਰ ਹੈ, ਗੂਗਲ ਕ੍ਰੋਮ ਬਰਾਊਜ਼ਰ ਹੈ, ਸਫਾਰੀ ਬਰਾਊਜ਼ਰ ਹੈ, ਮੋਜ਼ਿਲਾ ਫਾਇਰਫੌਕਸ ਬਰਾਊਜ਼ਰ ਹੈ, ਇੰਟਰਨੈਟ ਐਕਸਪਲੋਰਰ ਤੇ ਮਾਈਕਰੋਸਾਫਟ ਐਜ, ਇਹ ਦੋਨੋਂ ਹੀ ਵਿੰਡੋਜ਼ ਦੇ ਵਿੱਚ ਨੇ, ਤੇ ਇਹ ਓਪਨ ਸੋਰਸ ਨਹੀਂ ਹੈਗੇ, ਇਹ ਯਾਦ ਰੱਖਣਾ। ਠੀਕ ਹੈ, ਸੋ ਬਾਕੀ ਦੇ ਜਿਵੇਂ ਗੂਗਲ ਹੋ ਗਿਆ, ਯਾਹੂ, ਆਸਕ, ਡਕਡਗੋ, ਵਾਓ, ਯੈਂਡੈਕਸ, ਬਿੰਗ, ਬਾਈ ਡੂ ਹਨਾ, ਇਹ ਸਾਰੇ ਕੀ ਨੇ? ਸਰਚ ਇੰਜਨ ਨੇ, ਆਪਣੇ ਕੋਲੇ ਯਾਦ ਰੱਖਣੇ ਆ। ਸੋ ਇਹ ਤਾਂ ਬੜਾ ਸੌਖਾ ਜਿਹਾ ਆਪਣੇ ਕੋਲੇ ਕਹਿ ਦੋ ਵੀ ਪੇਪਰ ਸੀਗਾ। ਸੋ ਇਹ 2018 ਦੇ ਆਪਾਂ ਸਵਾਲ ਦੇਖੇ ਨੇ, ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ, ਸ਼ੇਅਰ ਵੀ ਕਰਿਆ ਕਰੋ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ। ਸੋ ਨੈਕਸਟ ਹੁਣ ਆਪਾਂ ਬਾਕੀ ਦਾ ਜਿਹੜਾ ਗ੍ਰੈਂਡ ਸੀਰੀਜ਼ ਚੱਲ ਰਹੀ ਹੈ ਉਸ ਨੂੰ ਆਪਾਂ ਕੰਟੀਨਿਊ ਕਰਾਂਗੇ। ਥੈਂਕ ਯੂ।